ਜਸਪਾਲ ਸਿੰਘ ਨੇ ਜੋ ਗਰੁੱਪ ਅੰਦਰ ਪੰਗਤੀਆਂ ਪਾਈਆਂ ਹੋਈਆਂ ਹਨ। ਜੀਵਨ ਵਿੱਚ ਸੁਖੀ ਰਹਿਣ ਲਈ ਦੋ ਤਰ੍ਹਾਂ ਦੀ ਸ਼ਕਤੀਆਂ ਦੀ ਜ਼ਰੂਰਤ ਹੁੰਦੀ ਹੈ। ਪਹਿਲੀ ਸਹਿਣ ਸ਼ਕਤੀ, ਦੂਜੀ ਸਮਝ ਦੀ ਸ਼ਕਤੀ। ਇਹਨਾਂ ਪੰਗਤੀਆਂ ਦੇ ਥੱਲੇ ਇੱਕ ਨਾਮ ਵੀ ਲਿਖਿਆ ਹੈ, ਸਹਿਜਵੀਰ ਸਿੰਘ ਤੇਜਾ। ਅੱਗੇ ਟੈਲੀਫੋਨ ਨੰਬਰ ਵੀ ਲਿਖਿਆ ਹੈ। ਸ਼ਾਇਦ ਇਹਦੀਆਂ ਕਈਆਂ ਹੋਣਗੀਆਂ ਜਾਂ ਲਿਖੀਆਂ ਹੋਣਗੀਆਂ। ਇਹ ਪ੍ਰਚਾਰਕ ਹੋਵੇਗਾ, ਉਪਦੇਸ਼ਕ ਹੋਵੇਗਾ। ਅਜੋਕੇ ਸਮੇਂ ਦੇ ਵਿੱਚ ਉਪਦੇਸ਼ਕ ਬਹੁਤ ਵੱਧ ਰਹੇ ਹਨ। ਸੋਸ਼ਲ ਮੀਡੀਆ ਤੇ ਹਰ ਇੱਕ ਹੀ ਉਪਦੇਸ਼ ਲਿਖ ਪਾਈ ਜਾਂਦਾ ਹੈ। ਕਮਾਲ ਦੀ ਗੱਲ, ਜਿਹਨੂੰ ਕੁਝ ਵੀ ਨਹੀਂ ਪਤਾ ਹੈ ਉਹ ਵੀ ਉਪਦੇਸ਼ ਦੇ ਰਿਹਾ ਹੈ। ਕਿਉਂਕਿ ਪਹਿਲਾਂ ਪੁਰਾਣੇ ਸਮੇਂ ਦੇ ਵਿੱਚ ਉਪਦੇਸ਼ਕ ਬਣਨਾ ਥੋੜ੍ਹਾ ਜਿਹਾ ਕਠਿਨ ਸੀ। ਵੀ ਕਿਸੇ ਨੂੰ ਗੱਲ ਸੁਣਾਓ, ਅਗਲਾ ਉੱਠ ਕੇ ਚਲੇ ਜਾਂਦਾ, ਸੁਣਦਾ ਨਹੀਂ। ਕਿਹਨੂੰ ਸੁਣਾਓਗੇ, ਕਿਹਨੂੰ ਦੱਸੋਗੇ? ਸਦਾ ਬੰਦੇ ਲੱਭਦੇ ਨਹੀਂ ਸੁਣਨ ਵਾਲੇ। ਪਰ ਅਜੋਕੇ ਸਮੇਂ 'ਚ ਬਹੁਤ ਸੁਖਾਲਾ ਹੈ। ਆਦਮੀ ਨੂੰ ਲੱਗਦਾ ਹੈ ਵੀ ਮੇਰੀ ਲੋਕ ਗੱਲ ਸਮਝ ਰਹੇ ਹਨ ਤੇ ਸੁਣ ਰਹੇ ਹਨ। ਤੇ ਬਹੁਤੇ ਸਧਾਰਨ ਬੁੱਧੀ ਦੇ ਉਹ ਗੱਲ ਸਮਝਦੇ ਵੀ ਹਨ, ਕਿਉਂਕਿ ਉਹ ਵੀ ਸਧਾਰਨ ਬੁੱਧੀ 'ਚੋਂ ਨਿਕਲ ਰਹੀ ਹੈ ਤਾਂ ਉਹਨਾਂ ਨੂੰ ਚੰਗੀ ਲੱਗਦੀ। ਉਹ ਅੱਗੇ ਭੇਜਦੇ ਹਨ, ਉਹਨੂੰ ਹੋਰ ਖੁਸ਼ੀ ਹੁੰਦੀ। ਤੇ ਅਜੋਕੇ ਸਮੇਂ 'ਚ ਉਪਦੇਸ਼ਕ ਬਹੁਤ ਜ਼ਿਆਦਾ ਵੱਧ ਰਹੇ ਹਨ। ਬਹੁਤ ਲੋਕ ਮੈਸੇਜ ਪਾ ਰਹੇ ਹਨ। ਤੇ ਕਈ ਵਾਰ ਹੈਰਾਨਗੀ ਹੋ ਜਾਂਦੀ ਹੈ ਵੀ ਹਰ ਇੱਕ ਹੀ ਸਮਝਾ ਰਿਹਾ ਹੈ ਜਿਹਨੂੰ ਕੁਝ ਵੀ ਨਹੀਂ ਪਤਾ ਹੈ। ਉਹ ਵੀ ਆਪਣੀ ਸਲਾਹ ਦੇ ਦਿੰਦਾ। ਕਹਿੰਦੇ ਸਭ ਤੋਂ ਵੱਧ ਜਿਹੜੀ ਚੀਜ਼ ਦਿੱਤੀ ਜਾਣ ਵਾਲੀ ਹੈ ਦੁਨੀਆ 'ਚ ਉਹ ਹੈ ਸਲਾਹ, ਮਸ਼ਵਰਾ, ਉਪਦੇਸ਼ ਕਹਿ ਲਈ। ਪਰ ਸਭ ਤੋਂ ਘੱਟ ਜਿਹੜੀ ਚੀਜ਼ ਲੈਣ ਵਾਲੀ ਹੈ ਦੁਨੀਆ 'ਚ, ਲਈ ਜਾਂਦੀ ਹੈ, ਉਹ ਵੀ ਹੈ ਕਿਸੇ ਦੀ ਸਲਾਹ, ਉਪਦੇਸ਼। ਤੁਸੀਂ ਮੰਨਦੇ ਕਿਹਦਾ ਹੋ? ਮੰਨਦੇ ਕਿਸੇ ਦੀ ਵੀ ਨਹੀਂ ਹੋ, ਦਿੰਦੇ ਸਾਰਿਆਂ ਨੂੰ ਹੀ ਹੋ। ਤੇ ਜਦੋਂ ਤੁਸੀਂ ਨਹੀਂ ਮੰਨਦੇ ਹੋ, ਲੋਕ ਮੰਨਦੇ ਹਨ। ਪਰ ਹਰ ਇੱਕ ਕੋਈ ਸਲਾਹ ਦਿੰਦਾ ਹੈ। ਤੁਸੀਂ ਵੀ ਆਮ ਦੇਖਿਆ ਹੋਵੇਗਾ, ਘਰ ਦੇ ਵਿੱਚ ਕੋਈ ਬਿਮਾਰ ਹੋਵੇ ਤੇ ਜਿਹਨੂੰ ਕੁਝ ਵੀ ਨਹੀਂ ਪਤਾ ਹੈ ਉਹ ਵੀ ਦੱਸ ਦੂ ਕੋਈ ਨਾ ਕੋਈ ਉਪਾਅ। ਤਾਂ ਇਲਾਜ ਦੱਸੂ ਹਰ ਕੋਈ। ਤੇ ਕੋਈ ਵੀ ਕੰਮ ਚੱਲ ਰਿਹਾ ਹੋਵੇ, ਇੱਥੇ ਥੱਲੇ ਸੇਵਾਦਾਰ ਕੰਮ ਕਰਵਾ ਰਹੇ ਹਨ ਤੇ ਉੱਥੋਂ ਦੀ ਜਿਹੜਾ ਵੀ ਲੰਘਦਾ ਉਹੋ ਹੀ ਕੋਈ ਨਾ ਕੋਈ ਸਲਾਹ ਦਿੰਦਾ। ਉਹ ਵੀ ਹੈਰਾਨ ਹੋ ਜਾਂਦੇ ਹਨ ਵੀ ਜਿਹਨੂੰ ਕੁਝ ਵੀ ਨਹੀਂ ਪਤਾ ਹੈ ਉਹ ਵੀ ਸਲਾਹ ਦੇਣ ਲੱਗ ਜਾਂਦਾ ਹੈ ਵੀ ਏਦਾਂ ਨਹੀਂ, ਏਦਾਂ ਕਰੋ। ਸਲਾਹ ਦੇਣ ਤੋਂ ਕੋਈ ਵੀ ਚੁੱਕਦਾ ਨਹੀਂ। ਗਿਆਨੀ ਬਣਨ ਦਾ
ਮਜ਼ਾ ਹੰਕਾਰ ਦੀ ਤ੍ਰਿਪਤੀ ਹੁੰਦੀ ਹੈ। ਖਿਆਲ ਵਿੱਚ ਰੱਖੋ, ਸਿਆਣਾ ਬਣਨਾ ਹੰਕਾਰ ਦੀ ਤ੍ਰਿਪਤੀ ਹੁੰਦੀ ਹੈ। ਜਦੋਂ ਤੋਂ ਤੁਹਾਡੀ ਕੋਈ ਸਲਾਹ ਮੰਨਦਾ ਹੈ, ਗੱਲ ਮੰਨਦਾ ਹੈ, ਤੁਹਾਨੂੰ ਬੜਾ ਮਜ਼ਾ ਆਉਂਦਾ। ਕਿਉਂ ਆਉਂਦਾ ਹੈ? ਵੀ ਤੁਸੀਂ ਕੁਛ ਗਿਆਨਵਾਨ ਹੋਗੇ, ਸਮਝਦਾਰ ਹੋਗੇ, ਤੁਹਾਡੀ ਵੀ ਲੋਕ ਸਲਾਹ ਲੈਂਦੇ ਹਨ ਤੇ ਮੰਨਦੇ ਹਨ। ਇਹੋ ਹੀ ਗਿਆਨ ਦਾ ਮਜ਼ਾ, ਸਮਝਦਾਰੀ। ਜਿੰਨਾ ਲੋਕ ਸਮਝਦਾਰ ਸਮਝਦੇ ਹਨ ਤੁਹਾਨੂੰ, ਓਨਾ ਹੀ ਮਜ਼ਾ ਜ਼ਿਆਦਾ ਆਉਂਦਾ ਹੈ। ਤੇ ਉਪਦੇਸ਼ ਲੈਣ ਵਾਲਾ ਤੇ ਸਮਝਦਾਰ ਨਹੀਂ ਨਾ ਹੁੰਦਾ ਹੈ। ਨਾ ਕੋਈ ਕਹੂਗਾ ਵੀ ਤੂੰ ਕਿਸੇ ਦੀ ਗੱਲ ਮੰਨ ਰਿਹਾ, ਤੈਨੂੰ ਤੇ ਸਮਝ ਹੀ ਨਹੀਂ। ਆਮ ਲੋਕ ਵੀ ਕਹਿ ਦਿੰਦੇ ਹਨ ਵੀ ਦੂਸਰੇ ਦੀ ਗੱਲ ਮੰਨ ਰਿਹਾ, ਤੈਨੂੰ ਆਪਣੇ ਆਪ ਥੋੜ੍ਹੀ ਸਮਝ ਹੈ, ਤੈਨੂੰ ਤੇ ਅਕਲ ਹੀ ਨਹੀਂ, ਤੂੰ ਤੇ ਦੂਸਰੇ ਦੀ ਮੰਨ ਰਿਹਾ। ਮੈਂ ਦੇਖ ਸਮਝਦਾਰ ਹਾਂ, ਮੈਂ ਕਿਸੇ ਦੀ ਨਹੀਂ ਮੰਨਦਾ। ਦੂਸਰੇ ਮੇਰੇ ਕੋਲ ਸਲਾਹ ਲੈਂਦੇ ਹਨ, ਉਹਨਾਂ ਨੂੰ ਮੈਂ ਸਲਾਹ ਦਿੰਦਾ, ਕਿਉਂਕਿ ਮੇਰੇ ਕੋਲ ਸਲਾਹਾਂ ਬਹੁਤ ਹੈ, ਗਿਆਨ ਬਹੁਤ ਹੈ, ਸਮਝ ਬਹੁਤ। ਤੇ ਜਿਹੜਾ ਬੇਸਮਝ ਹੈ ਦੂਸਰੀ ਦੀ ਸਲਾਹ ਲੈਂਦਾ। ਪਰ ਗੱਲ ਉਲਟੀ ਹੈ, ਖਿਆਲ ਵਿੱਚ ਰੱਖੋ। ਜਿਹੜਾ ਦੂਸਰਿਆਂ ਨੂੰ ਘੱਟ ਸਲਾਹ ਦਿੰਦਾ ਹੈ ਨਾ, ਤੇ ਦੂਸਰਿਆਂ ਕੋਲ ਨੌਲੇਜ ਹਾਸਿਲ ਕਰਦਾ ਹੈ, ਉਹ ਹੀ ਜ਼ਿਆਦਾ ਸਮਝਦਾਰ ਹੈ। ਆਪਣੇ ਆਪ ਗਿਆਨੀ ਨਹੀਂ ਬਣਦਾ ਹੈ ਮੈਂ ਸਮਝਦਾਰ ਹਾਂ। ਉਹ ਦੇਖਦਾ ਵੀ ਦੂਸਰਿਆਂ ਸਾਰਿਆਂ 'ਚ ਮੇਰੇ ਨਾਲੋਂ ਜ਼ਿਆਦਾ ਸਮਝ ਹੈ। ਹਰ ਇੱਕ 'ਚ ਕੁਛ ਨਾ ਕੁਛ ਗਿਆਨ ਹੈ। ਹਾਂ, ਅਲੱਗ ਅਲੱਗ ਪੱਖ ਦਾ ਗਿਆਨ ਹੈ, ਅਲੱਗ ਅਲੱਗ ਪੱਖ ਦੀ ਸਮਝ ਹੈ ਤੇ ਹੈ ਹੀ ਨਾ। ਤੋ ਦੂਸਰਿਆਂ ਕੋਲੋਂ ਸਮਝ ਲੈਂਦਾ ਹੈ, ਤੇ ਜਿਹੜਾ ਸਮਝ ਲੈਂਦਾ ਹੈ ਦੂਸਰਿਆਂ ਕੋਲੋਂ, ਉਹਨੂੰ ਹੀ ਸਮਝਦਾਰ ਕਹਿੰਦੇ ਹਨ। ਉਹ ਵਿਨਮਰ ਹੁੰਦਾ ਹੈ, ਵਿਨਮਰ ਹੀ ਸਮਝ ਲੈ ਸਕਦਾ ਹੈ ਨਾ ਦੂਸਰਿਆਂ ਕੋਲ। ਉਹਨੂੰ ਹੀ ਆਪਾਂ ਗਿਆਨਵਾਨ ਕਹਿੰਦੇ ਹਾਂ, ਸਮਝਦਾਰ। ਵਾਸਤਵਿਕ ਦੇ ਵਿੱਚ ਜਿਹਨੂੰ ਸਮਝਦਾਰ ਕਹੀਏ, ਉਹ ਹੈ। ਤੇ ਬੇਸਮਝ ਜਿਹੜਾ ਉਹ ਹੈ ਜਿਹੜਾ ਦੂਸਰਿਆਂ ਨੂੰ ਸਮਝ ਦਿੰਦਾ ਹੈ। ਆਪਣੇ ਕੋਲ ਸਮਝ ਹੈ ਨਹੀਂ, ਦੂਸਰਿਆਂ ਨੂੰ ਦੇਈ ਜਾਂਦਾ। ਇਹੋ ਜਿਹੇ ਬੇਸਮਝ ਬਹੁਤ ਜ਼ਿਆਦਾ ਹੈ ਜਿਹੜੇ ਦੂਸਰਿਆਂ ਨੂੰ ਸਮਝ ਦੇ ਰਹੇ ਹਨ। ਜਿਹੜੀ ਸਮਝ ਕਰਕੇ ਉਹਨਾਂ ਨੂੰ ਆਪ ਕੁਝ ਨਹੀਂ ਮਿਲਿਆ ਹੈ। ਕੋਈ ਸ਼ਾਂਤੀ ਨਹੀਂ, ਕੋਈ ਟਿਕਾ ਨਹੀਂ ਹੈ। ਲਗਾਤਾਰ ਵਿਚਾਰ ਚੱਲ ਰਹੇ ਹਨ ਮਨ ਦੇ ਵਿੱਚ, ਬੁੱਧੀ ਦੇ ਵਿੱਚ, ਸਮਝਦਾਰੀ ਦੇ। ਉਹ ਸਮਝ ਇਕੱਠੀ ਕਰ ਰਹੇ ਹਨ ਬੁੱਧੀ ਦੇ ਵਿੱਚ, ਵਿਚਾਰ ਕਰ ਕਰਕੇ। ਹੁਣ ਵਿਚਾਰ ਕਰਕੇ ਗੱਲ ਥੋੜ੍ਹੀ ਸਮਝ ਵਿੱਚ ਆਉਂਦੀ। ਇਹੋ ਹੀ ਅਕਸਰ ਮੈਂ ਵਾਰ-ਵਾਰ ਕਹਿ ਰਿਹਾ ਹਾਂ ਵੀ ਸੋਚ ਸੋਚ ਕੇ, ਵਿਚਾਰ ਵਿਚਾਰ ਕੇ ਤੁਸੀਂ ਗੱਲ ਥੋੜ੍ਹੀ ਸਮਝੋਗੇ। ਸਾਰਿਆਂ ਨੂੰ ਇਹੋ ਹੀ ਖਿਆਲ ਹੈ, ਜਿੰਨੇ ਵੀ ਪੜ੍ਹੇ ਲਿਖੇ ਹਨ, ਪੰਡਿਤ ਗਿਆਨੀ, ਸਾਰਿਆਂ ਨੂੰ ਇੱਕੋ ਹੀ ਖਿਆਲ ਹੈ। ਉਹਨਾਂ ਨੂੰ ਤੇ ਖਿਆਲ ਹੈ ਹੀ, ਆਮ ਬੰਦੇ ਨੂੰ ਵੀ ਇਹੋ ਹੀ ਖਿਆਲ ਹੈ ਵੀ ਮੈਂ ਗੱਲ ਸੁਣ ਕੇ ਸਮਝ ਲੈਣੀ ਹੈ। ਧਾਰਮਿਕ ਜਗਤ ਦੇ ਵਿੱਚ ਇਹੋ ਸਾਰਿਆਂ ਨੂੰ ਵੱਡੀ ਪ੍ਰੋਬਲਮ ਸਮਝ ਹੈ। ਅਜੋਕੇ ਸਮੇਂ 'ਚ ਅੱਗੇ ਤੋਂ ਅੱਗੇ ਜ਼ਿਆਦਾ ਪ੍ਰੋਬਲਮ ਖੜੀ ਕਰੇਗੀ, ਸਮੱਸਿਆ ਖੜੀ ਕਰੇਗੀ। ਪੁਰਾਣੇ ਸਮਿਆਂ 'ਚ ਨਹੀਂ ਸੀ, ਕਿਉਂਕਿ ਲੋਕ ਸਮਝਦਾਰ ਘੱਟ ਸਨ। ਅਜੋਕੇ ਸਮੇਂ 'ਚ ਸਮਝ ਵੱਧ ਰਹੀ ਹੈ, ਤੇ ਸਮਝ ਹੀ ਸਮੱਸਿਆ ਬਣੇਗੀ। ਗਿਆਨ ਹੀ ਕਹਿ ਲਈਏ ਸਮੱਸਿਆ ਬਣੇਗਾ, ਤੇ ਬਣ ਰਿਹਾ ਹੈ। ਦੇਖੋ, ਤੁਸੀਂ ਖਿਆਲ ਕਰੋ। ਤੇ ਆਦਮੀ ਕਹਿੰਦਾ ਵੀ ਇਹ ਅਧਿਆਤਮ ਨੂੰ ਵੀ ਮੈਂ ਜਿਵੇਂ ਸੰਸਾਰ ਨੂੰ ਸਮਝ ਲੈਂਦਾ ਹਾਂ, ਸਮਝ ਕੇ ਹਰ ਗੱਲ, ਏਦਾਂ ਮੈਂ ਅਧਿਆਤਮ ਨੂੰ ਵੀ ਸਮਝ ਲੂੰਗਾ, ਸਮਝ। ਪਰ ਇੱਥੇ ਸਮਝ ਕੇ ਸਮਝ ਨਹੀਂ ਸਕਦੇ ਹੋ, ਨਾ ਵਿਚਾਰ ਕੇ ਸਮਝ ਸਕਦੇ ਹੋ। ਇਸੇ ਕਰਕੇ ਤੁਹਾਨੂੰ ਯਾਦ ਨਹੀਂ ਰਹਿੰਦੀ ਹੈ ਗੱਲ, ਖਿਆਲ ਵਿੱਚ ਨਹੀਂ ਰਹਿੰਦੀ। ਦੇਖੋ ਕਿੰਨੀ ਵਾਰਾਂ ਦੱਸੀ ਗਈ ਹੈ, ਫਿਰ ਤੁਹਾਡੇ ਖਿਆਲ ਵਿੱਚ ਨਹੀਂ ਹੈ।
ਹੁਣ ਜਿਵੇਂ ਇਹ ਪੰਕਤੀਆਂ ਲਿਖੀਆਂ ਹੋਈਆਂ ਹਨ, ਜੀਵਨ ਵਿੱਚ ਸੁਖੀ ਰਹਿਣ ਲਈ ਦੋ ਤਰ੍ਹਾਂ ਦੀਆਂ ਸ਼ਕਤੀਆਂ ਦੀ ਲੋੜ ਹੁੰਦੀ ਹੈ। ਪਹਿਲੀ ਸਹਿਣ ਸ਼ਕਤੀ, ਦੂਜੀ ਸਮਝ ਦੀ ਸ਼ਕਤੀ। ਹੁਣ ਦੇਖੋ, ਖਿਆਲ ਕਰੋ ਤੁਸੀਂ, ਜੀਵਨ ਵਿੱਚ ਸੁਖੀ ਰਹਿਣ ਲਈ ਦੋ ਤਰ੍ਹਾਂ ਦੀ ਸ਼ਕਤੀਆਂ ਦੀ ਲੋੜ ਹੁੰਦੀ। ਸੁਖੀ ਰਹਿਣ ਲਈ ਜੀਵਨ ਵਿੱਚ ਇਹ ਜਿੰਨੇ ਵੀ ਲਿਖੇ ਹਨ, ਇਹ ਤਾਂ ਬਿਲਕੁਲ ਬੇਸਮਝ ਮੂੜ ਬੰਦਾ ਲੱਗਦਾ ਹੈ ਮੈਨੂੰ। ਇਹਨੂੰ ਕੁਛ ਵੀ ਅਧਿਆਤਮ ਦਾ ਅਰੰਚਕ ਮਾਤਰ ਵੀ ਪਤਾ ਨਹੀਂ ਹੈ। ਅਧਿਆਤਮ ਦਾ ਮਾਰਗ ਹੀ ਇੱਥੋਂ ਸ਼ੁਰੂ ਹੁੰਦਾ ਹੈ ਕਿ ਸੰਸਾਰ ਵਿੱਚ ਸੁੱਖ ਨਹੀਂ ਹੈ। ਧਰਮ ਦੀ ਯਾਤਰਾ ਹੀ ਇੱਥੋਂ ਸ਼ੁਰੂ ਹੁੰਦੀ ਹੈ ਕਿ ਸੰਸਾਰ ਵਿੱਚ ਸੁੱਖ ਨਹੀਂ ਹੈ। ਨਾਨਕ ਦੁਖੀਆ ਸਭ ਸੰਸਾਰ। ਤੇ ਜਿਹੜਾ ਕਹਿ ਰਿਹਾ ਹੈ ਵੀ ਸੁੱਖ ਪਾਉਣ ਵਾਸਤੇ, ਸੁਖੀ ਰਹਿਣ ਵਾਸਤੇ ਦੋ ਚੀਜ਼ਾਂ ਦੀ ਲੋੜ, ਉਹ ਤਾਂ ਪਹਿਲਾਂ ਹੀ ਬੇਸਮਝੀ ਦੀ ਗੱਲ ਕਰ ਦਿੱਤੀ ਉਹਨੇ। ਉਹਨੂੰ ਤੇ ਧਰਮ ਦਾ ਕੁਛ ਵੀ ਨਹੀਂ ਪਤਾ। ਸੁੱਖ ਦੀ ਚਾਹਤ ਹੀ ਦੁੱਖ ਪੈਦਾ ਕਰਦੀ ਹੈ। ਖਿਆਲ ਵਿੱਚ ਰੱਖਿਓ, ਸੁਖ ਮੰਗਤ ਦੁਖ ਆਗ ਲਿਆਵੇ, ਸੋ ਸੁਖ ਹਮਹੁ ਨਾ ਮੰਗਿਆ ਪਾਵੇ। ਭਗਤ ਜੀ ਕਹਿ ਰਹੇ ਹਨ ਵੀ ਸੁੱਖ ਜਦੋਂ ਅਸੀਂ ਮੰਗਦੇ ਹਾਂ ਤੇ ਦੁੱਖ ਮੂਹਰੇ ਆ ਜਾਂਦਾ ਹੈ। ਸੁੱਖ ਦੀ ਮੰਗ ਦੇ ਵਿੱਚ ਹੀ ਦੁੱਖ ਛੁਪਿਆ ਹੋਇਆ ਹੈ। ਸੁੱਖ ਦੀ ਡਿਮਾਂਡ ਵਿੱਚ ਹੀ ਦੁੱਖ ਹੈ। ਇਹ ਤੇ ਗੱਲ ਹੀ ਬੇਸਮਝੀ ਦੀ ਕਰ ਰਹੇ ਹਨ। ਤਾਂ ਏਦਾਂ ਹੀ ਧਾਰਮਿਕ ਲੋਕ ਕਰ ਵੀ ਰਹੇ ਹਨ। ਭਾਵੇਂ ਉਹ ਗੁਰੂਆਂ ਦੇ ਉਪਦੇਸ਼ ਨੂੰ ਵਿਚਾਰ ਕੇ ਦੱਸ ਰਹੇ ਹੋਣ, ਉਹ ਉੱਪਰੋਂ ਹੈ, ਅੰਦਰੋਂ ਇਹੋ ਹੀ ਗੱਲ ਕਹਿ ਰਹੇ ਹਨ ਕਿ ਸੰਸਾਰ ਦੇ ਵਿੱਚ ਸੁੱਖ ਪਾਉਣਾ ਹੈ, ਸੁਖੀ ਰਹਿਣਾ ਹੈ। ਤੇ ਸੁਖੀ ਰਹਿਣ ਵਾਸਤੇ ਉਪਦੇਸ਼ ਪੜ੍ਹ ਰਹੇ ਹਨ ਲੋਕ, ਬਾਣੀ ਪੜ੍ਹ ਰਹੇ ਹਨ, ਪ੍ਰਾਰਥਨਾ ਕਰ ਰਹੇ ਹਨ, ਅਰਦਾਸਾਂ ਕਰ ਰਹੇ ਹਨ ਸੰਸਾਰ ਵਿੱਚ ਸੁਖੀ ਰਹਿਣ ਵਾਸਤੇ। ਤੇ ਜਿਹੜਾ ਜਾਣਦਾ ਹੈ ਉਹ ਕਹਿੰਦਾ ਸੁੱਖ ਦੀ ਵਾਸ਼ਨਾ ਹੀ ਦੁੱਖ ਪੈਦਾ ਕਰਦੀ। ਸੁੱਖ ਮੰਗ ਤੇ ਦੁੱਖ ਆਗ ਲਿਆਵੇ। ਤੁਸੀਂ ਮੰਗਦੇ ਹੋ ਸੁੱਖ ਤੇ ਸਮਝ ਲਓ ਤੁਸੀਂ ਦੁੱਖਾਂ ਦੇ ਬੀਜ ਬੀਜਣੇ ਸ਼ੁਰੂ ਕਰ ਦਿੱਤੇ। ਸੁੱਖ ਦੀ ਮੰਗ ਦੇ ਵਿੱਚੋਂ ਦੁੱਖ ਨਿਕਲਦਾ ਹੈ, ਕਿਉਂਕਿ ਮੰਗ ਤੁਹਾਨੂੰ ਭਵਿੱਖ 'ਚ ਲੈ ਕੇ ਜਾਂਦੀ ਹੈ। ਸੁੱਖ ਮਿਲੂਗਾ, ਇਹ ਸ਼ਰਤਾਂ ਪੂਰੀਆਂ ਹੋਣਗੀਆਂ ਤਾਂ। ਹੁਣ ਜਿਵੇਂ ਦੁਨਿਆਵੀ ਲੋਕ ਕਹਿੰਦੇ ਹਨ, ਤੁਹਾਨੂੰ ਸੁੱਖ ਮਿਲੂਗਾ ਵਧੀਆ ਕੋਠੀ ਹੋਈ ਤਾਂ, ਵਧੀਆ ਘਰ ਹੋਵੇ ਤਾਂ, ਵਧੀਆ ਸਵਾਰੀ ਹੋਵੇ ਤਾਂ, ਇੰਨਾ ਬੈਂਕ ਬੈਲੈਂਸ ਹੋਵੇ ਤਾਂ ਸੁੱਖ ਮਿਲੂਗਾ। ਧਾਰਮਿਕ ਲੋਕ ਕਹਿੰਦੇ ਹਨ, ਉਹ ਕਹਿੰਦੇ ਤੁਹਾਨੂੰ ਸੁੱਖ ਮਿਲੂਗਾ ਇੰਨੇ ਪਾਠ ਕਰੋਗੇ। ਇਹੋ ਕਹਿੰਦੇ ਹਨ ਨਾ, ਇੰਨਾ ਨਾਮ ਜਪੋਗੇ, ਇੰਨੀ ਬਾਣੀ ਪੜ੍ਹੋਗੇ, ਇੰਨੇ ਮੰਤਰਾਂ ਦੇ ਜਾਪ ਕਰੋਗੇ, ਜਾਂ ਇਹੋ ਜਿਹੀਆਂ ਸ਼ਰਤਾਂ ਰੱਖ ਦਿੰਦੇ ਹਨ ਵੀ ਸਮਝ ਹੋਊਗੀ ਤੇ ਤਾਂ ਸੁੱਖ ਮਿਲੂਗਾ। ਤਾਂ ਸਮਝ ਦੇ ਨਾਲ ਸੁੱਖ ਦਾ ਕੀ ਲੈਣਾ ਦੇਣਾ? ਤੇ ਸੁੱਖ ਮਿਲੂਗਾ ਅੱਗੇ ਤੇ ਭਵਿੱਖ ਦੀ ਯਾਤਰਾ ਸ਼ੁਰੂ ਹੋ ਜਾਂਦੀ। ਏਦਾਂ ਹੀ ਤੇ ਚੱਲ ਰਹੇ ਹਨ ਸੰਸਾਰੀ ਲੋਕ। ਸੰਸਾਰੀ ਲੋਕ ਵੀ ਕਹਿ ਰਹੇ ਹਨ ਭਵਿੱਖ ਦੇ ਵਿੱਚ ਸੁੱਖ ਮਿਲੂਗਾ, ਸਾਡੇ ਕੋਲ ਧਨ ਹੋਊਗਾ, ਸੁਵਿਧਾ ਹੋਊਗੀ, ਜਾਂ ਵਿਦੇਸ਼ਾਂ ਦੇ ਵਿੱਚ ਜਾਵਾਂਗੇ, ਜਾਂ ਇਉਂ ਹੋਊਗਾ, ਸੁੱਖ ਮਿਲੂਗਾ। ਧਾਰਮਿਕ ਲੋਕ ਵੀ ਕਹਿੰਦੇ ਹਨ ਸੁੱਖ ਮਿਲੂਗਾ। ਸੁੱਖ ਦੀ ਵਾਸ਼ਨਾ ਧਾਰਮਿਕ ਲੋਕ ਵੀ ਜਗਾ ਰਹੇ ਹਨ। ਸੁੱਖ ਦੀ ਵਾਸ਼ਨਾ ਹੀ ਦੁੱਖ ਨੂੰ ਪੈਦਾ ਕਰਦੀ ਹੈ। ਖਿਆਲ ਵਿੱਚ ਰੱਖੋ, ਦੁੱਖ ਦੀ ਸ਼ੁਰੂਆਤ ਹੀ ਸੁੱਖ ਦੀ ਵਾਸ਼ਨਾ ਤੋਂ ਹੁੰਦੀ ਹੈ, ਚਾਹਤ ਤੋਂ ਹੁੰਦੀ ਹੈ। ਸੁੱਖ ਮਿਲੂਗਾ, ਤੇ ਜਿਨ੍ਹਾਂ ਨੇ ਸੁੱਖ ਪਾਇਆ ਹੈ ਨਾ, ਉਹਨਾਂ ਨੇ ਪਤਾ ਕੀ ਕਿਹਾ ਹੈ? ਸੁਖ ਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾਂ ਕੈ,
ਮਨ ਵਿਸਰਾਮ। ਉਹ ਕਹਿੰਦੇ ਹਨ ਇਸ ਵਿਸਰਾਮ ਅਵਸਥਾ ਦੇ ਵਿੱਚ ਸੁੱਖ ਪਾ ਲਿਆ ਹੈ, ਭਗਤਾਂ ਨੇ ਪਾਇਆ ਹੈ। ਕਿੱਥੇ? ਵਿਸ਼ਰਾਮ। ਤੇ ਵਿਸ਼ਰਾਮ ਤੁਸੀਂ ਹੁਣ ਹੋਵੋਗੇ ਤਾਂ ਜਾਂ ਅੱਗੇ ਜਾ ਕੇ ਹੋਵੋਗੇ? ਅਗਲੇ ਸੋਚੋਗੇ ਨਹੀਂ, ਸੁੱਖ ਪਾਉਣ ਦੀ ਵਾਸਤੇ ਸੋਚੋਗੇ ਨਹੀਂ ਤੇ ਤਾਂ ਹੀ ਤੇ ਤੁਸੀਂ ਵਿਸ਼ਰਾਮ 'ਚ ਜਾਓਗੇ। ਖਿਆਲ ਵਿੱਚ ਰੱਖੋ। ਹੁਣ ਧਾਰਮਿਕ ਲੋਕ ਵੀ ਕਹਿੰਦੇ ਹਨ ਕਿ ਸੁਖਮਨੀ ਸਾਹਿਬ ਜੀ ਦੇ ਪਾਠ ਕਰੋ ਤੁਹਾਨੂੰ ਸੁੱਖ ਮਿਲੂਗਾ, ਤੇ ਸੁਖਮਨੀ ਸਾਹਿਬ ਜੀ ਦੇ ਪਾਠ ਵਿੱਚ ਹੀ ਕੀ ਲਿਖਿਆ ਹੈ? ਸੁਖਮਣੀ ਦਾ ਅਰਥ ਕੀ ਕਰ ਰਹੇ ਹਨ? ਉਹ ਕਹਿੰਦੇ ਵਿਸ਼ਰਾਮ ਅਵਸਥਾ ਦੇ ਵਿੱਚ ਉਹ ਸੁੱਖਾਂ ਦੀ ਮਣੀ। ਤੇ ਵਿਸ਼ਰਾਮ ਕਦੋਂ ਹੋਊਗਾ? ਸੁੱਖ ਪਾਉਣ ਦੀ ਵਾਸ਼ਨਾ ਨੂੰ ਛੱਡ ਕੇ। ਸੁੱਖ ਅੱਗੇ ਮਿਲੂਗਾ ਐਸਾ ਨਹੀਂ, ਸੁੱਖ ਹੁਣ ਹੈ, ਤੁਹਾਡੇ ਅੰਦਰ ਮੌਜੂਦ ਹੈ। ਸੁੱਖ ਨਿਧਾਨ, ਸੁੱਖਾਂ ਦਾ ਖਜ਼ਾਨਾ, ਸੁੱਖਾਂ ਦਾ ਸਾਗਰ ਤੁਹਾਡੇ ਅੰਦਰ ਮੌਜੂਦ ਹੈ ਸਦਾ ਤੋਂ ਹੀ। ਤੁਸੀਂ ਸੁੱਖ ਬਾਹਰ ਸੰਸਾਰ ਦੇ ਵਿੱਚ ਲੱਭਦੇ ਹੋ, ਤੇ ਸੁੱਖਾਂ ਦੀ ਵਾਸ਼ਨਾ ਵੀ ਸੰਸਾਰ ਦੇ ਵਿੱਚ ਹੀ ਹੈ। ਦਰਅਸਲ ਵਾਸ਼ਨਾ ਹੀ ਸੰਸਾਰ ਦੀ ਹੁੰਦੀ, ਵਾਸ਼ਨਾ ਅੱਗੇ ਲੈ ਕੇ ਜਾਂਦੀ, ਇਸ ਕਰਕੇ ਸੰਸਾਰੀ ਹੁੰਦੀ ਹੈ ਵਾਸ਼ਨਾ। ਧਾਰਮਿਕ ਵਾਸ਼ਨਾ ਨਹੀਂ ਹੁੰਦੀ। ਤੁਸੀਂ ਧਾਰਮਿਕ ਵਾਸ਼ਨਾ ਦੇ ਥੋੜ੍ਹੀ ਉੱਦਾਂ ਕਹਿ ਦਿੰਦੇ ਹਨ ਸ਼ੁਭ ਮਨੋਕਾਮਨਾ ਪੂਰੀਆਂ ਕਰੋ ਜੀ ਸਿੱਖ ਸੰਗਤ ਦੀਆਂ। ਹੁਣ ਸ਼ੁਭ ਮਨੋਕਾਮਨਾ ਕਿਹੜੀਆਂ ਹੁੰਦੀਆਂ? ਕਾਮਨਾ ਹੀ ਬੰਧਨ ਹੈ। ਪਰ ਧਾਰਮਿਕ ਲੋਕ ਫਸਾ ਲੈਂਦੇ ਹਨ ਨਾ ਸ਼ੁਭ ਅਸ਼ੁਭ, ਸ਼ੁਭ ਮਨੋਕਾਮਨਾ, ਇਹਦਾ ਮਤਲਬ ਸ਼ੁਭ ਵਾਸ਼ਨਾ ਵੀ ਹੁੰਦੀ ਨਹੀਂ। ਵਾਸ਼ਨਾ ਮਾਤਰ ਜਿਹੜੀ ਹੈ ਅਸ਼ੁਭ ਹੈ, ਉਹ ਸੰਸਾਰ 'ਚ ਲੈ ਕੇ ਜਾਂਦੀ, ਕਾਹੇ ਦੀ ਵੀ ਹੋ ਅੱਗੇ ਲੈ ਕੇ ਜਾਂਦੀ, ਤੁਹਾਨੂੰ ਭਵਿੱਖ ਆਪਣੇ ਤੋਂ ਦੂਰ ਭਟਕਾ ਦਿੰਦੀ। ਤੇ ਸੁੱਖ ਤੇ ਤੁਹਾਡੇ ਅੰਦਰ ਹੈ, ਸਦਾ ਤੋਂ ਮੌਜੂਦ ਹੈ ਉਹ ਸੁੱਖਾਂ ਦਾ ਸਾਗਰ। ਪਰ ਤੁਹਾਨੂੰ ਕਿਹਾ ਜਾ ਰਿਹਾ ਹੈ ਵੀ ਸੁੱਖ ਜੇ ਚਾਹੁੰਦੇ ਹੋ ਜੀਵਨ ਦੇ ਵਿੱਚ, ਦੇਖੋ ਇਹ ਧਾਰਮਿਕ ਲੋਕ ਕਹਿੰਦੇ ਹਨ, ਸਾਰੇ ਹੀ ਕਹਿੰਦੇ ਹਨ ਅਗਰ ਤੁਸੀਂ ਸੁਖੀ ਰਹਿਣਾ ਚਾਹੁੰਦੇ ਹੋ ਤੇ ਉਪਾਅ ਵੀ ਦੱਸਦੇ ਹਨ। ਸਾਰੇ ਹੀ ਧਾਰਮਿਕ ਲੋਕ ਦੱਸ ਰਹੇ ਹਨ ਉਪਾਅ ਸੁਖੀ ਰਹਿਣ ਦੇ ਜੀਵਨ ਦੇ ਵਿੱਚ। ਦੇਖੋ ਕਿੰਨੇ ਢੰਗ ਤਰੀਕੇ ਵਰਤ ਰਹੇ ਹਨ, ਕਿਸੇ ਨੂੰ ਵੀ ਪਤਾ ਨਹੀਂ ਹੈ। ਸੁਣਨ ਵਾਲੇ ਵੀ ਵੈਸੇ ਹਨ, ਉਹਨਾਂ ਨੂੰ ਸਮਝਣ ਵਾਲੇ ਵੀ ਵੈਸੇ ਹਨ। ਉਹ ਵੀ ਚਾਹ ਰਹੇ ਹਨ ਸੁਖੀ ਰਹਿਣਾ ਸੰਸਾਰ ਵਿੱਚ, ਕਹਿਣ ਵਾਲੇ ਵੀ ਸੰਸਾਰ ਵਿੱਚ ਸੁਖੀ ਰਹਿਣ ਦੀ ਕੋਸ਼ਿਸ਼ ਕਰ ਰਹੇ ਹਨ। ਤੇ ਜਿਹੜੇ ਜਾਣਦੇ ਹਨ ਉਹ ਕਹਿੰਦੇ ਸੰਸਾਰ ਵਿੱਚ ਸੁੱਖ ਹੈ ਹੀ ਨਹੀਂ। ਸੁੱਖ ਦੀ ਵਾਸ਼ਨਾ ਹੋ ਸਕਦੀ ਹੈ ਸੰਸਾਰ ਦੇ ਵਿੱਚ, ਸੁੱਖ ਮਿਲਦਾ ਨਹੀਂ। ਖਿਆਲ ਵਿੱਚ ਰੱਖੋ, ਸੁੱਖ ਦੀ ਵਾਸ਼ਨਾ ਹੁੰਦੀ ਹੈ ਸੰਸਾਰ ਵਿੱਚ, ਸੁੱਖ ਮਿਲਦਾ ਨਹੀਂ। ਤੇ ਜਿੱਥੇ ਸੁੱਖ ਹੁੰਦਾ ਹੈ ਉੱਥੇ ਕੋਈ ਵਾਸ਼ਨਾ ਨਹੀਂ ਹੁੰਦੀ। ਜਿਹੜਾ ਵਾਸ਼ਨਾ ਤੋਂ ਰਹਿਤ ਹੋ ਜਾਂਦਾ ਹੈ ਨਾ ਉਹ ਸੁਖੀ ਹੋ ਜਾਂਦਾ, ਇੱਦਾਂ ਕਹਿ ਸਕਦੇ ਆ, ਨਿਰਲੇਪ ਹੋ ਜਾਂਦਾ। ਤੇ ਸੁੱਖ ਦੀ ਵਾਸ਼ਨਾ ਜਿਹੜੀ ਹੈ ਉਹ ਭਵਿੱਖ 'ਚ ਲੈ ਕੇ ਚਲੇ ਜਾਂਦੀ। ਸੁੱਖ ਤੁਹਾਡੇ ਅੰਦਰ ਹੈ, ਸਦਾ ਤੋਂ ਮੌਜੂਦ ਹੈ। ਜਦੋਂ ਤੁਸੀਂ ਆਪਣੇ ਅੰਦਰ ਡੁਬਕੀ ਮਾਰੋਗੇ ਨਾ ਉਦੋਂ ਤੁਸੀਂ ਪਾਓਗੇ ਸੁੱਖਾਂ ਦਾ ਸਾਗਰ ਉੱਥੇ ਹੀ ਹੈ, ਸਦਾ ਤੋਂ ਹੀ ਹੈ, ਮੌਜੂਦ ਹੈ। ਉਹ ਤੁਹਾਡੀ ਖੁਸ਼ੀ ਹੈ ਵੀ ਤੁਸੀਂ ਬਾਹਰ ਜਿੰਨਾ ਚਿਰ ਭਟਕਣਾ ਹੈ ਸੁੱਖਾਂ ਦੀਆਂ ਵਾਸ਼ਨਾ ਕਰਕੇ ਭਟਕੀ ਜਾਓ। ਜਦੋਂ ਅੱਕ ਗਏ ਥੱਕ ਗਏ ਨਾ ਉਦੋਂ ਤੁਸੀਂ ਅੰਦਰ ਗਏ, ਉਦੋਂ ਹੀ ਜਾਓਗੇ ਜਦੋਂ ਦੇਖ ਲਓਗੇ, ਭਟਕ ਲਓਗੇ, ਥੱਕ ਜਾਓਗੇ ਵੀ ਕੁਛ ਨਹੀਂ ਮਿਲਦਾ। ਇਹ ਤੇ ਉਹ ਹੀ ਹੈ ਜਿਵੇਂ ਕਹਿੰਦੇ ਹਨ ਨਾ ਮਿਰਗ ਦੀ ਤ੍ਰਿਸ਼ਨਾ ਹਰਨ ਦੀ, ਉਹ ਪ੍ਰਮਾਣ ਵੀ ਦਿੱਤੇ ਹਨ। ਏਦਾਂ ਹੀ ਸੰਸਾਰ ਦੇ ਵਿੱਚ ਸੁੱਖ ਦੀ ਤ੍ਰਿਸ਼ਨਾ, ਜਿਵੇਂ ਕਹਿੰਦੇ ਨਾ ਮਰੂਥਲ ਦੇ ਵਿੱਚ ਹਰਨ ਨੂੰ ਦੂਰ ਰੇਤਾ ਦੇ ਵਿੱਚ ਪਾਣੀ ਦਿਖਦਾ ਹੈ, ਗਰਮੀਆਂ ਦੇ ਮੌਸਮ 'ਚ ਧੁੱਪ ਦੇ ਨਾਲ ਰੇਤਾ ਚਮਕਦੀ ਹੈ
ਤੁਹਾਨੂੰ ਲੱਗਦਾ ਪਾਣੀ, ਭੁਲੇਖਾ ਪੈਂਦਾ ਤੇ ਭੱਜਾ ਜਾਂਦਾ ਉੱਥੇ। ਜੋ ਉੱਥੇ ਪਹੁੰਚਦਾ ਹੈ ਉੱਥੇ ਰੇਤਾ ਹੀ ਰੇਤਾ ਹੈ। ਫਿਰ ਅੱਗੇ ਦੇਖਦਾ, ਅੱਗੇ ਪਾਣੀ ਲੱਗਦਾ ਹੈ ਉਹਨੂੰ ਵੀ ਅੱਗੇ ਹੈ। ਕਹਿੰਦਾ ਏਦਾਂ ਭੱਜਾ ਭੱਜਾ ਭੱਜਦਾ ਮਰ ਜਾਂਦਾ। ਉਦਾਂ ਹੀ ਸੰਸਾਰਿਕ ਵਿਅਕਤੀ ਦੀ ਅਵਸਥਾ ਹੈ। ਏਦਾਂ ਹੀ ਚੱਲ ਰਹੇ ਹਨ ਸੰਸਾਰਿਕ ਵਿਅਕਤੀ। ਉਹਨਾਂ ਨੂੰ ਲੱਗਦਾ ਹੈ ਸੁੱਖ ਮਿਲ ਜਾਊਗਾ, ਸੁੱਖ ਮਿਲ ਜਾਊਗਾ, ਸੁਖੀ ਹੋ ਜਾਣਗੇ, ਆਨੰਦ ਮਿਲ ਜਾਊਗਾ, ਬਸ ਅੱਗੇ। ਤੇ ਧਾਰਮਿਕ ਲੋਕ ਵੀ ਕਹਿੰਦੇ ਹਨ ਮਿਲੂਗਾ ਤੁਹਾਨੂੰ, ਉਹ ਵੀ ਆਸ਼ਵਾਸਨ ਦੇ ਦਿੰਦੇ ਹਨ, ਤੇ ਤੁਸੀਂ ਚੱਲਦੇ ਰਹਿੰਦੇ ਹੋ ਸੰਸਾਰ 'ਚ, ਪਰ ਸੁੱਖ ਮਿਲਦਾ ਨਹੀਂ। ਜਿਵੇਂ ਹਰਨ ਰੇਤਾ ਦੇ ਵਿੱਚ ਮੂੰਹ ਮਾਰ ਲੈਂਦਾ ਹੈ ਨਾ, ਪਾਣੀ ਤੇ ਹੈ ਨਹੀਂ, ਏਦਾਂ ਹੀ ਤੁਸੀਂ ਸੰਸਾਰ ਦੇ ਵਿੱਚ ਮੂੰਹ ਮਾਰ ਲੈਂਦੇ, ਸੁੱਖ ਕਿੱਥੇ। ਭੁਲੇਖਾ ਪੈ ਜਾਂਦਾ ਹੈ ਮਾੜਾ ਮੋਟਾ ਵੀ ਪਾਣੀ ਹੈ, ਸੁੱਖ ਹੈ ਕਿਤੇ। ਸੁੱਖ ਮੰਗਤ ਦੁੱਖ ਆਗ ਲਿਆਵੇ, ਸੋ ਸੁਖ ਹਮਹੁ ਨਾ ਮੰਗਿਆ। ਇਸ ਸੁਖ ਤੇ ਸ਼ਿਵ ਬ੍ਰਹਮ ਡਰਾਨਾ, ਸੋ ਸੁਖ ਹਮਹੁ ਸਾਚ ਕਰ ਜਾਨਾ। ਕਹਿੰਦੇ ਇਹ ਤੋਂ ਸਾਰੇ ਹੀ ਡਰਦੇ, ਕਿਉਂਕਿ ਇਹ ਸੁੱਖ ਹੈ ਨਹੀਂ। ਇਹ ਸੁੱਖ ਦੁੱਖ ਪੈਦਾ ਕਰ ਰਿਹਾ ਹੈ ਥੋੜ੍ਹੀ, ਸਗੋਂ ਦੁੱਖ ਪੈਦਾ ਹੋ ਰਹੇ ਹਨ। ਸੁੱਖ ਲੱਭਦੇ ਲੱਭਦੇ ਤੁਸੀਂ ਦੁੱਖ ਪੈਦਾ ਕਰੀ ਜਾਂਦੇ, ਅੱਗੇ ਮੌਤ ਆ ਜਾਂਦੀ ਤੇ ਸੁੱਖ ਮਿਲਦਾ ਨਹੀਂ, ਕਿਉਂਕਿ ਸੁੱਖ ਹੈ ਨਹੀਂ ਬਾਹਰ। ਤੇ ਇੱਥੇ ਕਿਹਾ ਜਾ ਰਿਹਾ ਹੈ ਵੀ ਜੀਵਨ ਵਿੱਚ ਸੁਖੀ ਰਹਿਣ ਲਈ ਦੋ ਤਰ੍ਹਾਂ ਦੀ ਸ਼ਕਤੀਆਂ ਦੀ ਜ਼ਰੂਰਤ ਹੁੰਦੀ ਹੈ। ਹੁਣ ਸ਼ਕਤੀਆਂ ਕਿਹੜੀਆਂ ਹਨ? ਪਹਿਲੀ ਸਹਿਣ ਸ਼ਕਤੀ, ਦੂਜੀ ਸਮਝ ਦੀ ਸ਼ਕਤੀ। ਇਹ ਵੀ ਬਹੁਤ ਹੀ ਮੂੜਤਾ ਦੀ ਗੱਲ ਕੀਤੀ ਹੋਈ। ਹੁਣ ਤੁਸੀਂ ਆਪ ਸੋਚੋ, ਖਿਆਲ ਕਰੋ ਥੋੜਾ ਜਿਹਾ। ਵੀ ਸਮਝਦਾਰ ਸੁਖੀ ਹੋ ਸਕਦਾ ਹੈ, ਸੁਖੀ ਹੁੰਦਾ ਹੈ? ਆਮ ਖਿਆਲ ਇਹੋ ਹੀ ਹੈ, ਜਿਸ ਤਰ੍ਹਾਂ ਇਹ ਦੱਸ ਰਹੇ ਹਨ, ਜ਼ਿਆਦਾਤਰ ਲੋਕਾਂ ਦਾ ਇਹੋ ਹੀ ਖਿਆਲ ਹੈ, ਸਦੀਆਂ ਤੋਂ ਇਹ ਖਿਆਲ ਹੈ ਵੀ ਆਦਮੀ ਸਮਝਦਾਰ ਹੋਵੇਗਾ ਤੇ ਸੁਖੀ ਹੋ ਜਾਵੇਗਾ। ਜਿੰਨਾ ਆਦਮੀ ਸਮਝਦਾਰ ਹੋਵੇਗਾ ਓਨਾ ਹੀ ਸੁਖੀ ਹੋ ਜਾਵੇਗਾ, ਜਿੰਨਾ ਗਿਆਨਵਾਨ ਹੋ ਜਾਏਗਾ ਸੁਖੀ ਹੋ ਜਾਏਗਾ। ਸਦੀਆਂ ਤੋਂ ਇਹ ਖਿਆਲ ਹੈ, ਤੇ ਕਹਿੰਦੇ ਵੀ ਲੋਕ ਏਦਾਂ ਹੈ, ਅਜੋਕੇ ਸਮੇਂ 'ਚ ਵੀ ਇਹੋ ਹੀ ਸੋਚ ਰਹੇ ਹਨ। ਪਰ ਆਦਮੀ ਬਹੁਤ ਸਮਝਦਾਰ ਹੋ ਗਿਆ ਹੈ, ਸੁੱਖ ਨਹੀਂ ਹੈ, ਸਗੋਂ ਦੁੱਖ ਵੱਧ ਰਿਹਾ ਹੈ, ਕੰਮ ਉਲਟਾ ਹੋ ਰਿਹਾ ਹੈ, ਤੇ ਹੁੰਦਾ ਵੀ ਉਲਟਾ ਹੀ ਹੈ। ਇਹੋ ਮੈਂ ਕਹਿੰਦਾ ਹਾਂ ਨਾ, ਪੜ੍ਹ ਸੁਣ ਕੇ ਨਹੀਂ ਤੁਸੀਂ ਸਮਝੋਗੇ। ਕੁਛ ਗੱਲਾਂ ਪੜ੍ਹ ਸੁਣ ਕੇ ਸਮਝ ਵਿੱਚ ਹੀ ਨਹੀਂ ਆਉਂਦੀਆਂ ਹਨ ਤੁਹਾਨੂੰ। ਜਿਵੇਂ ਕਹਿੰਦੇ ਹਨ ਵੀ ਸਤਯੁਗ ਦੇ ਵਿੱਚ ਲੋਕ ਬਹੁਤ ਸੁਖੀ ਸਨ। ਤੇ ਉਦੋਂ ਤੇ ਗਿਆਨ ਨਹੀਂ ਸੀ, ਕੋਈ ਸਮਝ ਨਹੀਂ ਸੀ, ਜੰਗਲਾਂ 'ਚ ਲੋਕ ਜਾਨਵਰਾਂ ਦੀ ਤਰ੍ਹਾਂ ਰਹਿੰਦੇ ਸਨ, ਸੁਖੀ ਸਨ। ਤੇ ਜਿਵੇਂ ਜਿਵੇਂ ਸਮਾਂ ਬੀਤ ਰਿਹਾ ਹੈ, ਆਦਮੀ ਦੁਖੀ ਹੋ ਰਿਹਾ ਹੈ, ਕਿਉਂਕਿ ਗਿਆਨਵਾਨ ਹੋ ਰਿਹਾ ਹੈ, ਸਮਝਦਾਰ ਹੋ ਰਿਹਾ। ਤੁਸੀਂ ਇਉਂ ਸਮਝ ਲਵੋ ਵੀ ਛੋਟਾ ਬੱਚਾ, ਉਹਦੇ ਕੋਲ ਕੋਈ ਵੀ ਸਮਝ ਨਹੀਂ ਹੈ, ਉਹ ਸੁਖੀ ਹੈ। ਜਿਸ ਕਰਕੇ ਤੁਹਾਨੂੰ ਬਚਪਨ ਤੁਸੀਂ ਯਾਦ ਕਰੋ ਤੇ ਤੁਹਾਨੂੰ ਪਤਾ ਲੱਗਦਾ ਹੈ ਵੀ ਬੜੇ ਸੁਖੀ ਸੀ। ਉਦੋਂ ਕਿਹੜਾ ਗਿਆਨ ਸੀ ਤੁਹਾਨੂੰ, ਸਮਝ ਸੀ ਕੋਈ? ਛੋਟੇ ਬੱਚੇ ਨੂੰ ਕਿੰਨੀ ਕੁ ਸਮਝ, ਆਪਾਂ ਤੇ ਉਹਨੂੰ ਬੇਸਮਝ ਕਹਿੰਦੇ ਹੀ ਆ ਪਹਿਲਾਂ ਹੀ, ਵੀ ਇਹਨੂੰ ਕੋਈ ਸਮਝ ਨਹੀਂ, ਪਰ ਉਹ ਸੁਖੀ ਸੀ। ਜਿਵੇਂ ਜਿਵੇਂ ਸਮਝਦਾਰ ਹੁੰਦਾ ਗਿਆ, ਤਿਵੇਂ ਤਿਵੇਂ ਦੁਖੀ ਹੁੰਦਾ ਗਿਆ। ਜਿੰਨਾ ਆਦਮੀ ਸਮਝਦਾਰ ਹੁੰਦਾ ਜਾਂਦਾ ਹੈ, ਉਹਨਾਂ ਦੁਖੀ ਹੁੰਦਾ ਹੈ। ਇਹ ਗੱਲ ਉਲਟੀ ਹੋ ਰਹੀ ਹੈ, ਇਹ ਤੇ ਬੇਸਮਝ ਉਲਟੀ ਗੱਲ ਕਹਿ ਰਹੇ ਹਨ। ਇਹਨਾਂ ਨੂੰ ਪਤਾ ਹੀ ਨਹੀਂ ਹੈ, ਕਹਿਣ ਵਾਲਿਆਂ ਨੂੰ, ਵੀ ਕੀ ਕਹਿ ਰਹੇ ਹਨ। ਜਿੰਨੀ ਸਮਝ ਵੱਧਦੀ ਹੈ, ਗਿਆਨ ਵੱਧਦਾ ਹੈ, ਉਹਨਾਂ ਆਦਮੀ ਦੁਖੀ ਹੁੰਦਾ ਹੈ। ਇਹੋ ਹੀ ਤੇ
ਈਸਾਈਅਤ ਦੀ ਸਾਰਿਆਂ ਨੂੰ ਪੁਰਾਣੀ ਬੜੀ ਹੀ ਮਧੁਰ ਕਹਾਣੀ ਹੈ। ਉਹ ਮੈਂ ਕਹੀ ਵੀ ਹੈ ਬਹੁਤ ਵਾਰ ਵੀ ਪ੍ਰਮਾਤਮਾ ਨੇ ਕਿਹਾ ਸੀ ਆਦਮ ਨੂੰ ਵੀ ਇਹ ਗਿਆਨ ਦਾ ਫਲ ਨਹੀਂ ਖਾਣਾ ਹੈ। ਜਿਹੜੇ ਉਹ ਬਗੀਚੇ 'ਚ ਰਹਿੰਦੇ ਸਨ ਉਹ ਤੇ ਫਲ ਲੱਗੇ ਹੋਏ ਸਨ ਤੇ ਕਹਿੰਦੇ ਸਨ ਇਹ ਗਿਆਨ ਦਾ ਫਲ ਹੈ, ਇਹਨੂੰ ਖਾਣਾ ਨਹੀਂ। ਜਦੋਂ ਤੁਸੀਂ ਖਾ ਲਿਆ ਤੇ ਸਵਰਗ ਦੇ ਬਗੀਚੇ 'ਚੋਂ ਬਾਹਰ ਹੋ। ਸਿੱਧੀ ਦੀ ਗੱਲ ਹੈ। ਉਹਨਾਂ ਨੇ ਗਿਆਨ ਦਾ ਫਲ ਖਾ ਲਿਆ ਤੇ ਸਵਰਗ ਦੇ ਬਗੀਚੇ 'ਚੋਂ ਬਾਹਰ। ਦੱਸੋ ਗਿਆਨ ਦਾ ਫਲ ਇਹ ਉਹੋ ਹੀ ਜਿਵੇਂ ਮੈਂ ਦੱਸ ਰਿਹਾ, ਛੋਟੇ ਬੱਚੇ ਨੇ ਗਿਆਨ ਦਾ ਫਲ ਖਾ ਲਿਆ। ਆਦਮ ਨੇ ਕਹਿ ਲਈਏ ਜਾਂ ਛੋਟੇ ਬੱਚੇ ਨੇ ਕਹਿ ਲਈ, ਪੈਦਾ ਹੋਇਆ ਸੀ, ਕੋਈ ਗਿਆਨ ਨਹੀਂ ਸੀ। ਪਰਮਾਤਮਾ ਨੇ ਕਿਹਾ ਉਹਦੇ ਕੰਨ ਦੇ ਵਿੱਚ ਵੀ ਗਿਆਨ ਦਾ ਫਲ ਨਾ ਖਾਈ ਬੱਚਾ। ਪਰ ਬੱਚੇ ਨੂੰ ਸਵਾਦ ਬੜਾ ਲੱਗਦਾ। ਨਾਲੇ ਲਾਗੇ ਚਾਰ ਚੁਫੇਰੇ ਜਿਹੜੇ ਗਿਆਨੀ ਹਨ, ਮਾਤਾ ਪਿਤਾ ਉਹਦੇ ਪਰਿਵਾਰ ਦੇ ਮੈਂਬਰ, ਉਹ ਹਟਦੇ ਹਨ। ਉਹ ਬੱਚੇ ਨੂੰ ਖਵਾਉਂਦੇ ਹੀ ਖਵਾਉਂਦੇ ਹਨ ਤੇ ਬੜਾ ਗਿਆਨ ਕੋਟ-ਕੋਟ ਕੇ ਦਿੰਦੇ ਹਨ ਉਹਨੂੰ। ਬੜੀ ਸਮਝ ਦਿੰਦੇ ਹਨ ਵੀ ਇਹ ਸਮਝਦਾਰ ਹੋ ਜੂ ਤੇ ਬੜਾ ਹੀ ਸੁਖੀ ਹੋ ਜੂ। ਪਰ ਜਿੰਨਾ ਆਦਮੀ ਸਮਝਦਾਰ ਹੁੰਦਾ ਜਾਂਦਾ ਓਨਾ ਹੀ ਦੁਖੀ ਹੁੰਦਾ ਜਾਂਦਾ, ਓਨਾ ਹੀ ਦੁਖੀ ਹੁੰਦਾ ਜਾਂਦਾ। ਇਹ ਗੱਲ ਉਲਟੀ ਹੋ ਰਹੀ ਹੈ, ਖਿਆਲ ਵਿੱਚ ਰੱਖੋ। ਸਗੋਂ ਬੇਸਮਝ ਜ਼ਿਆਦਾ ਸੁਖੀ ਹੈ। ਨਾ ਕੋਈ ਚਿੰਤਾ ਨਾ ਕੋਈ ਫਿਕਰ। ਸਮਝ ਦੇ ਨਾਲ ਸੁੱਖ ਵੱਧਦਾ ਹੈ। ਇਹ ਵੀ ਬਹੁਤ ਵੱਡੀ ਬੇਵਕੂਫੀ ਦੀ ਗੱਲ ਹੈ। ਮੈਂ ਕਹੂੰਗਾ ਮੂੜਤਾ ਵਾਲੀ ਗੱਲ ਹੈ। ਮਹਾ ਮੂੜ ਕਛ ਭੇਦ ਨਾ ਜਾਣਤ। ਸਮਝਦਾਰ ਹੋ ਜਾਓ ਤੇ ਸੁੱਖ ਮਿਲੂਗਾ। ਤੇ ਦੂਸਰੀ ਹੈ ਸਹਿਣ ਸ਼ਕਤੀ ਦੀ ਗੱਲ ਕੀਤੀ ਹੈ। ਇਹ ਵੀ ਅਕਸਰ ਪ੍ਰਚਾਰਕ ਇਹੋ ਪ੍ਰਚਾਰ ਕਰ ਰਹੇ ਹਨ ਅਜੋਕੇ ਸਮੇਂ 'ਚ ਵੀ ਮਨ ਨੂੰ ਦ੍ਰਿੜ ਕਰ ਲਓ, ਮਨ ਪੱਕਾ ਕਰ ਲਓ। ਜੋ ਵੀ ਆਪਦਾ ਆਵੇ, ਬਿਪਤਾ ਆਵੇ, ਤੁਸੀਂ ਪਰਵਾਹ ਨਹੀਂ ਕਰਨੀ, ਖੜੇ ਰਹਿਣਾ ਹੈ, ਸੂਰਮੇ ਬਣਨਾ ਹੈ। ਇਹੋ ਕਹਿੰਦੇ ਹਨ ਨਾ ਅਕਸਰ ਪ੍ਰਚਾਰਕ ਨੌਜਵਾਨ ਜਿਹੜੇ ਹਨ, ਜ਼ਿਆਦਾਤਰ ਇਹੋ ਕਹਿ ਰਹੇ ਹਨ। ਉਹ ਸੋਚਦੇ ਹਨ ਵੀ ਜਿਵੇਂ ਗੁਰੂ ਤਤੀ ਤਵੀ ਤੇ ਬੈਠ ਗਏ ਸਨ ਤੇ ਉਹਨਾਂ ਨੇ ਆਪਣਾ ਮਨ ਬੜਾ ਪੱਕਾ ਬਣਾਇਆ ਹੋਇਆ ਹੈ, ਸਹਿਣ ਕਰਨ ਵਾਸਤੇ ਤਿਆਰ ਕੀਤਾ ਹੋਇਆ ਸੀ। ਮਨ ਤਿਆਰ ਕੀਤਾ ਹੈ, ਮਨ ਦ੍ਰਿੜ ਕੀਤਾ ਸੀ, ਪੱਕਾ ਕੀਤਾ ਹੋਇਆ ਸੀ ਵੀ ਜੋ ਮਰਜ਼ੀ ਹੋ ਜਾਵੇ ਨਾ, ਬਸ ਹਿੱਲਣਾ ਨਹੀਂ ਇੱਥੋਂ। ਉਹ ਇਹ ਸੋਚ ਰਹੇ ਹਨ। ਇਹੋ ਮੈਂ ਕਹਿੰਦਾ ਹਾਂ ਨਾ ਪੜ੍ਹ ਕੇ ਗੱਲ ਸਮਝ ਵਿੱਚ ਆਉਂਦੀ ਹੈ, ਨਾ ਸੁਣ ਕੇ ਆਉਂਦੀ ਹੈ। ਹੁਣ ਉਹਨਾਂ ਦੀ ਅਵਸਥਾ ਪੜ੍ਹ ਸੁਣ ਕੇ ਸਮਝ ਵਿੱਚ ਥੋੜ੍ਹੀ ਆਉਂਦੀ ਹੈ। ਬਾਹਰੋਂ ਤੇ ਇਹੋ ਹੀ ਖਿਆਲ ਵਿੱਚ ਆਵੇਗਾ ਹੀ ਹਰ ਇੱਕ ਦੇ ਵੀ ਉਹ ਤਤੀ ਤਵੀ ਤੇ ਬੈਠਾ ਹੋਇਆ, ਉਹਨੇ ਮਨ ਬੜਾ ਬਣਾਇਆ, ਪੱਕਾ ਕੀਤਾ ਵੀ ਸੀ ਨਹੀਂ ਕਰਨੀ, ਦੇਖੀ ਜਾਊਗੀ। ਪਰ ਦੂਸਰੀ ਅਵਸਥਾ ਨੂੰ ਤੁਸੀਂ ਥੋੜ੍ਹੀ ਜਾਣਦੇ ਹੋ, ਮਨ ਤੋਂ ਪਾਰ ਦੀ। ਤੇ ਜਿਹੜਾ ਕਹਿ ਰਿਹਾ ਹੈ ਮਨ ਦ੍ਰਿੜ ਕਰਨਾ ਹੈ, ਪੱਕਾ ਕਰਨਾ ਹੈ, ਉਹ ਹੰਕਾਰੀ ਕਰ ਰਿਹਾ ਹੈ ਲੋਕਾਂ ਨੂੰ। ਖਿਆਲ ਵਿੱਚ ਰੱਖੋ। ਧਾਰਮਿਕ ਜਗਤ ਦੇ ਵਿੱਚ ਧਾਰਮਿਕ ਪ੍ਰਚਾਰਕ ਜਿੰਨਾ ਨੁਕਸਾਨ ਕਰ ਰਹੇ ਹਨ ਨਾ ਲੋਕਾਂ ਦਾ, ਉਨੇ ਅਗਿਆਨੀ ਨਹੀਂ ਕਰਦੇ ਹਨ। ਧਾਰਮਿਕ ਪ੍ਰਚਾਰਕਾਂ ਨੂੰ ਪਤਾ ਹੀ ਨਹੀਂ ਲੱਗ ਰਿਹਾ ਕੀ ਕਹਿ ਰਹੇ। ਹੁਣ ਕਹਿੰਦੇ ਦ੍ਰਿੜ ਕਰੋ, ਮਨ ਪੱਕਾ ਕਰੋ, ਜੋ ਵੀ ਆਪਦਾ ਆਵੇ, ਬਿਪਤਾ ਆਵੇ, ਜੋ ਵੀ ਆਵੇ ਨਾ, ਬਸ ਹਿੱਲਣਾ ਨਹੀਂ। ਬਹੁਤ ਸਾਰੇ ਐਸੇ ਹਿੰਸਕ ਵੀ ਹੁੰਦੇ ਹਨ, ਚੋਰ ਡਕੈਤ, ਜਿਹੜੇ ਬੜੇ ਪੱਕੇ ਹੁੰਦੇ ਹਨ, ਜਿਨ੍ਹਾਂ ਨੂੰ ਜਿੰਨਾ ਖੁਸ਼ੀ ਕੁੱਟੀ ਜਾਣ ਪੁਲਿਸ ਵਾਲੇ, ਉਹ ਦੱਸਦੇ ਹੀ ਨਹੀਂ, ਬੋਲਦੇ ਨਹੀਂ। ਇਹਦਾ ਮਤਲਬ ਉਹਨਾਂ ਦਾ ਮਨ ਬੜਾ ਪੱਕਾ ਹੈ। ਉਹ ਕਿਹੜੇ ਧਾਰਮਿਕ ਹਨ? ਚੋਰ, ਹੇਰਾ ਫੇਰੀ, ਡਕੈਤੀ ਆ। ਉਹਨਾਂ ਦਾ ਮਨ ਕਿਵੇਂ ਪੱਕਾ ਬਣ ਰਿਹਾ? ਮਨ ਤੇ ਪੱਕਾ ਕੋਈ ਵੀ ਕਰ ਸਕਦਾ ਹੈ। ਪੱਕੇ ਮਨ ਨੂੰ ਕੀ ਹੈ? ਕਈ ਕੰਨਿਆਂ ਦੇ ਆਸਣ ਤੇ ਸੁੱਤੇ ਹੋਏ ਹਨ, ਕਈ ਧੂਣੀਆਂ ਲਾ ਕੇ ਪੈ ਜਾਂਦੇ, ਉਹਨਾਂ ਨੇ ਮਨ ਪੱਕੇ ਬਣਾਏ ਹੋਏ ਹਨ। ਤਾਂ ਮਨ ਪੱਕੇ ਵਾਲੇ ਮੂੜ ਹੋ ਜਾਂਦੇ ਹਨ ਜ਼ਿਆਦਾਤਰ ਲੋਕ। ਤੇ ਮਨ ਪੱਕਾ ਕਰਨਾ, ਸਹਿਣ ਕਰਨਾ, ਸਹਿਣ ਸ਼ਕਤੀ ਦਾ ਭਾਵ ਇਹੋ ਹੀ ਹੁੰਦਾ ਹੈ ਵੀ ਮਨ ਨੂੰ ਪੱਕਾ ਰੱਖਣਾ ਹੈ, ਦ੍ਰਿੜ ਕਰਨਾ। ਤਾਂ ਓਨਾ ਹੀ ਆਦਮੀ ਕਠੋਰ ਹੋ ਜਾਂਦਾ ਹੈ, ਹੰਕਾਰੀ ਹੋ ਜਾਂਦਾ ਹੈ।
ਖਿਆਲ ਵਿੱਚ ਰੱਖਣਾ। ਤੇ ਪਹਿਲੀ ਗੱਲ ਤੇ ਹੈ ਵੀ ਜੀਵਨ ਦੇ ਵਿੱਚ ਸੁੱਖ ਪਾਉਣ ਦੀ ਵਾਸ਼ਨਾ ਹੀ ਦੁੱਖ ਪੈਦਾ ਕਰਦੀ ਹੈ। ਇੱਥੋਂ ਹੀ ਦੁੱਖਾਂ ਦੀ ਸ਼ੁਰੂਆਤ ਹੁੰਦੀ ਹੈ। ਦੁੱਖ ਮੰਗਤ ਸੁੱਖ ਆ ਗਲਿਆ। ਇਹ ਗੱਲ ਖਿਆਲ ਵਿੱਚ ਰੱਖੋ। ਬਹੁਤ ਵਾਰ ਕਹੀ ਗਈ, ਦੁੱਖ ਮੰਗਣਾ ਨਹੀਂ ਹੈ, ਦੁੱਖ ਤੁਹਾਡੇ ਸੁੱਖ ਮੰਗਣਾ ਨਹੀਂ ਹੈ, ਸੁੱਖ ਤੁਹਾਡੇ ਅੰਦਰ ਹੈ। ਨਾ ਹੀ ਦੁੱਖ ਮੰਗਣਾ ਹੈ। ਜਿਹੜਾ ਆ ਰਿਹਾ ਹੈ ਆਈ ਜਾਵੇ, ਸਵੀਕਾਰ ਕਰੋ। ਨਹੀਂ ਆਇਆ ਹੈ, ਸਵੀਕਾਰ ਕਰਨ ਦਾ ਤੇ ਸਹਿਣ ਕਰਨ ਦਾ ਫਰਕ ਹੁੰਦਾ ਹੈ। ਇਹ ਵੀ ਗੱਲ ਖਿਆਲ ਵਿੱਚ ਰੱਖੋ। ਸਹਿਣ ਕਰਨ ਦਾ ਭਾਵ ਹੁੰਦਾ ਹੈ ਵੀ ਮਨ ਨੂੰ ਦ੍ਰਿੜ ਕਰਨਾ, ਪੱਕਾ ਕਰਨਾ, ਕਠੋਰ ਕਰਨਾ ਵੀ ਈਨ ਨਹੀਂ ਮੰਨਣੀ ਹੈ। ਤੇ ਸਵੀਕਾਰ ਕਰਨ ਦਾ ਭਾਵ ਹੈ ਵੀ ਮਨ ਨੂੰ ਛੱਡਣਾ। ਜੋ ਵੀ ਆ ਰਿਹਾ ਹੈ ਉਹਦੇ ਨਾਲ ਮਨ ਡਰੇਗਾ ਵੀ, ਘਬਰਾਏਗਾ ਵੀ, ਕੁਛ ਸਭ ਕੁਛ ਕਰੇਗਾ ਤੇ ਸਭ ਕੁਛ ਨੂੰ ਸਵੀਕਾਰ ਕਰਨਾ। ਸਵੀਕਾਰ ਕਰਨ ਵਾਲਾ ਵਿਨੰਬਰ ਹੋ ਜਾਂਦਾ ਹੈ ਤੇ ਸਹਿਣ ਕਰਨ ਵਾਲਾ ਕਠੋਰ ਹੋ ਜਾਂਦਾ ਹੈ। ਤੇ ਇਹ ਦੋ ਜਿਹੜੀਆਂ ਸ਼ਕਤੀਆਂ ਲਿਖੀਆਂ ਹਨ ਸੁਖੀ ਰਹਿਣ ਵਾਸਤੇ, ਸਹਿਣ ਸ਼ਕਤੀ ਤੇ ਸਮਝ ਦੀ ਸ਼ਕਤੀ, ਇਹ ਦੋਵੇਂ ਹੀ ਆਦਮੀ ਨੂੰ ਨਰਕ ਵਾਲੇ ਪਾਸੇ ਲੈ ਕੇ ਜਾਂਦੀਆਂ, ਸੁਖੀ ਨਹੀਂ ਹੁੰਦੀਆਂ। ਪਹਿਲੀ ਗੱਲ ਤੇ ਸੁਖੀ ਰਹਿਣ ਦੀ ਵਾਸ਼ਨਾ ਹੀ ਦੁੱਖ ਪੈਦਾ ਕਰਦੀ। ਫਿਰ ਸਮਝ ਤੋਂ ਸੁੱਖ ਪੈਦਾ ਹੁੰਦਾ ਹੈ, ਇਹ ਵੀ ਬੇਵਕੂਫੀ ਹੈ, ਮੂਰਖ ਹੈ। ਸਮਝਦਾਰੀ ਕਰਕੇ ਆਦਮੀ ਸੁਖੀ ਹੁੰਦਾ ਹੈ। ਨਹੀਂ, ਸਮਝ ਤੇ ਸੰਸਾਰ ਵਿੱਚ ਕੰਮ ਆਉਂਦੀ ਹੈ। ਸੰਸਾਰ ਵਿੱਚ ਸੁਖੀ ਰਹਿਣਾ ਹੈ ਫਿਰ ਸਮਝਦਾਰੀ ਕੰਮ ਆਵੇਗੀ। ਹਾਂ, ਇਹ ਸੰਸਾਰ ਵਿੱਚ ਸੁਖੀ ਰਹਿਣ ਦੀ ਗੱਲ ਕਹਿ ਰਹੇ ਆ। ਇਹ ਸੰਸਾਰੀ ਲੋਕ ਹਨ। ਮੈਂ ਸਮਝ ਲਿਆ ਧਾਰਮਿਕ, ਇਹ ਤਾਂ ਬਿਲਕੁਲ ਸੰਸਾਰਿਕ ਹੈ। ਤੇ ਸੰਸਾਰਿਕ ਲੋਕਾਂ ਦੀਆਂ ਗੱਲਾਂ ਹੈ ਤੇ ਸੰਸਾਰਿਕ ਲੋਕਾਂ ਨੂੰ ਇਹੋ ਜਿਹੀਆਂ ਗੱਲਾਂ ਚੰਗੀਆਂ ਵੀ ਲੱਗਦੀਆਂ ਵੀ ਦੇਖੋ ਸੁਖੀ ਰਹਿਣ ਦਾ ਕਿੱਡਾ ਵਧੀਆ ਉਪਾਅ ਦੱਸੇ। ਹੁਣ ਸਮਝਦਾਰ ਹੋਊਗਾ ਤੇ ਕੋਈ ਸੁਖੀ ਹੋਊਗਾ, ਤੇ ਅਗਲੇ ਨੂੰ ਲੱਗਦਾ ਮੈਂ ਸਮਝਦਾਰ ਹੀ ਨਹੀਂ ਹੈ ਤਾਂ ਸੁਖੀ ਨਹੀਂ ਹੋ ਰਿਹਾ। ਇਹ ਸਮਝ ਹੋ ਚਾਹੀਦੀ ਹੈ। ਸਮਝ ਇਕੱਠੀ ਕਰੋ, ਸਟੋਰ ਕਰੋ ਸਮਝ ਨੂੰ, ਫਿਰ ਸੁਖੀ ਹੋ ਜਾਊਗੀ। ਤੇ ਆਦਮੀ ਫਿਰ ਸਮਝਦਾਰ ਹੋਣ ਦੀ ਕੋਸ਼ਿਸ਼ ਕਰਦਾ ਰਹਿੰਦਾ ਹੈ। ਤੇ ਸੰਸਾਰਿਕ ਲੋਕ ਏਦਾਂ ਸੋਚਦੇ ਹਨ। ਸੁਖੀ ਰਹਿਣ ਦੇ ਤਰੀਕੇ ਨਵੇਂ ਦੱਸ ਰਹੇ ਹਨ ਬਹੁਤ ਲੋਕ। ਅਜੋਕੇ ਸਮੇਂ 'ਚ ਸੁਖੀ ਕਿਵੇਂ ਰਹਿਣਾ ਹੈ, ਖੁਸ਼ ਕਿਵੇਂ ਰਹਿਣਾ, ਖੁਸ਼ ਰਹਿਣ ਦੇ ਤਰੀਕੇ। ਕਈ ਆ ਚੁਟਕਲੇ ਹੀ ਲਿਖਦੇ ਰਹਿੰਦੇ ਹਨ ਇੱਕ ਦੂਸਰੇ ਨੂੰ ਕਿ ਖੁਸ਼ ਰਹੋਗੇ, ਜੋਕਸ ਸੁਣਾਉਂਦੇ ਰਹਿੰਦੇ। ਤੇ ਜਿਹੜਾ ਹੁਣ ਸੁਖੀ ਰਹਿਣ ਵਾਸਤੇ ਕਿਸੇ ਚੀਜ਼ ਦਾ ਸਹਾਰਾ ਲੈ ਰਿਹਾ ਹੈ ਉਹ ਖੁਸ਼ ਥੋੜ੍ਹੀ। ਖੁਸ਼ ਹੋਣ ਵਾਸਤੇ ਤੁਹਾਨੂੰ ਕਿਸੇ ਚੀਜ਼ ਦਾ ਸਹਾਰੇ ਦੀ ਲੋੜ ਪੈ ਰਹੀ ਹੈ ਤਾਂ ਉਹ ਖੁਸ਼ੀ ਵਾਸਤਵਿਕ ਥੋੜ੍ਹੀ ਹੈ। ਖੁਸ਼ੀ ਵਾਸਤਵਿਕ ਉਹ ਹੈ ਜਿਹੜੀ ਬਿਨਾਂ ਸਹਾਰੇ ਤੋਂ ਅਕਾਰਨ ਹੋਵੇ, ਉਹ ਸਦਾ ਹੀ ਹੋਵੇਗੀ। ਹੁਣ ਚੁਟਕਲੇ ਸਦਾ ਤੇ ਤੁਸੀਂ ਸੁਣੋਗੇ ਨਹੀਂ, ਤੇ ਜੇ ਸਦਾ ਸੁਣੀ ਜਾਓਗੇ ਤਾਂ ਖੁਸ਼ ਵੀ ਨਹੀਂ ਹੋਵੋਗੇ। ਮਾੜਾ ਮੋਟਾ ਹੱਸ ਲਓਗੇ ਉੱਪਰ ਤੇ ਜ਼ਿਆਦਾਤਰ ਲੋਕ ਉੱਪਰ ਹੀ ਹੱਸਦੇ ਹਨ। ਖੁਸ਼ੀ ਕਿੱਥੇ? ਖੁਸ਼ੀ ਕਿਸੇ ਕਾਰਨ ਕਰਕੇ ਖੁਸ਼ ਹੋਵੋ। ਲੋਕ ਕਾਰਨ ਕਰਕੇ ਖੁਸ਼ ਹੁੰਦੇ ਹਨ, ਕਾਰਨ ਲੱਭਦੇ ਰਹਿੰਦੇ ਹਨ ਖੁਸ਼ ਹੋਣ। ਕਾਰਨ ਕਰਕੇ ਜੋ ਖੁਸ਼ੀ ਆ ਰਹੀ ਹੈ ਉਹ ਤਾਂ ਕਾਰਨ ਕਰਕੇ ਆ ਰਹੀ ਹੈ, ਵਾਸਤਵਿਕ ਨਹੀਂ। ਵਾਸਤਵਿਕ ਖੁਸ਼ੀ ਹੈ ਤੁਹਾਡੇ ਅੰਦਰ, ਉਹ ਅਕਾਰਨ ਹੈ। ਰੰਗ ਹੱਸੇ ਰੰਗ ਰੋਵੇ, ਚੁੱਪ ਪੀ ਕਰ ਜਾਏ, ਪਰਵਾਹ ਨਾ ਹੀ ਕਿਸੇ ਕੇਰੀ ਬਾਝ ਸੱਚੇ ਨਾ। ਜਿਹਨੂੰ ਪਰਵਾਹ ਨਹੀਂ ਹੁੰਦੀ ਬੇਪਰਵਾਹ ਹੋ ਜਾਂਦਾ। ਬੇਪਰਵਾਹ ਦੇ ਨਾਲ ਬੇਪਰਵਾਹ ਹੋ ਗਏ
ਉਹ ਖੁਸ਼ ਹੁੰਦਾ ਹੈ। ਉਹ ਅਕਾਰਨ ਹੁੰਦਾ ਹੈ। ਉਹ ਜੰਗ 'ਚ ਬੈਠਾ ਇਕਾਂਤ ਦੇ ਵਿੱਚ ਖੁਸ਼ ਹੁੰਦਾ ਹੈ, ਜਿਵੇਂ ਭਗੂੜੇ ਦੇ ਵਿੱਚ ਬੱਚਾ ਪਿਆ ਖੁਸ਼ ਹੁੰਦਾ, ਹੱਸਦਾ ਹੈ ਤੇ ਰੰਗ ਹੱਸਦਾ ਹੈ। ਕਦੀ ਵਨਚਿਤ ਕਰਦਾ ਹੈ ਤੇ ਰੋਂਦਾ ਵੀ, ਤੇ ਰੋਣ ਦੇ ਵਿੱਚ ਵੀ ਉਹਦੇ ਖੁਸ਼ੀ ਹੁੰਦੀ ਹੈ, ਆਨੰਦ ਹੀ ਹੁੰਦਾ, ਮਗਨ ਹੁੰਦਾ। ਤੇ ਅਕਾਰਨ ਹੈ ਖੁਸ਼ੀ ਤੇ ਰੋਣਾ ਵੀ ਅਕਾਰਨ। ਕਾਰਨ ਕਰਕੇ ਰੋਣਾ ਉਹ ਤੇ ਝੂਠਾ ਹੋ ਗਿਆ ਨਾ। ਕਿਸੇ ਕਾਰਨ ਕਰਕੇ ਤੁਹਾਡਾ ਕੋਈ ਮਰ ਗਿਆ ਤੇ ਉਹ ਰੋਣਾ ਤੇ ਮਰ ਗਏ ਦੇ ਕਰਕੇ ਹੋ ਰਿਹਾ, ਕਿਸੇ ਕਾਰਨ ਕਰਕੇ ਹੋ। ਅਕਾਰਨ ਰੋਣਾ ਸਹਿਜ, ਤੇ ਖੁਸ਼ੀ ਵੀ ਅਕਾਰਨ ਹੁੰਦੀ। ਤੇ ਏਦਾਂ ਹੀ ਸੁੱਖ ਤੁਹਾਡੇ ਅੰਦਰ ਉਹ ਵੀ ਅਕਾਰਨ ਹੈ। ਕਿਸੇ ਕਾਰਨ ਕਰਕੇ ਨਹੀਂ ਵੀ ਕੋਠੀ ਬਣ ਜਾਊਗੀ ਤਾਂ ਸੁੱਖ ਉਹ ਅੰਦਰਲਾ ਮਿਲੂਗਾ, ਜਾਂ ਬਾਹਰੋਂ ਕੁਛ ਮਿਲ ਜੂ, ਉਪਲਬਧੀ ਹੋ ਜੂ ਤਾਂ ਸੁੱਖ ਮਿਲੂਗਾ। ਨਹੀਂ, ਉਹ ਅਕਾਰਨ ਤੁਹਾਡੇ ਅੰਦਰ ਹੈ, ਸਦਾ ਤੋਂ ਮੌਜੂਦ। ਸੰਸਾਰਿਕ ਕਾਰਨ ਦੁਆਰਾ ਉਹ ਸੁੱਖ ਨਹੀਂ ਮਿਲੇਗਾ ਜੋ ਤੁਹਾਡੇ ਅੰਦਰ ਹੈ। ਸੰਸਾਰਿਕ ਸੁੱਖ ਮਿਲਣਗੇ, ਉਹ ਜਿਹੜਾ ਸੁੱਖ ਹੈ ਉਹ ਕਿਸੇ ਕਾਰਨ ਕਰਕੇ ਨਹੀਂ ਮਿਲੇਗਾ। ਬਾਹਰ ਸੰਸਾਰ ਦੇ ਵਿੱਚ ਤੁਸੀਂ ਕੁਛ ਪ੍ਰਾਪਤ ਕਰ ਲਓ, ਕੁਛ ਪਦਵੀ ਪਾ ਲਓ, ਜਾਂ ਧਾਰਮਿਕ ਲੋਕ ਤੁਹਾਨੂੰ ਕੁਛ ਉਪਲਬਧੀ ਦੇ ਦੇਣ, ਤੇ ਅਜੋਕੇ ਸਮੇਂ 'ਚ ਤੇ ਜਿਵੇਂ ਰਾਜਨੀਤਿਕ ਲੋਕ ਦਿੰਦੇ ਹਨ, ਤੇ ਕੋਈ ਨਾ ਕੋਈ ਉਪਲਬਧੀ ਦਾ ਸਰਟੀਫਿਕੇਟ ਉਹਦਾ ਧਾਰਮਿਕ ਲੋਕ ਵੀ ਦੇ ਰਹੇ ਹਨ। ਤੇ ਬਾਹਰੋਂ ਕਿਸੇ ਕਾਰਨ ਕਰਕੇ ਨਹੀਂ ਉਹ ਅੰਦਰਲਾ ਸੁੱਖ ਮਿਲਦਾ। ਅੰਦਰਲਾ ਅਕਾਰਨ ਹੈ, ਇਸ ਕਰਕੇ ਮਿਲਿਆ ਹੋਇਆ ਸੀ ਪਹਿਲਾਂ, ਤੁਸੀਂ ਗਵਾ ਲਿਆ ਤਾਂ ਫਿਰ ਮਿਲ ਸਕਦਾ ਹੈ। ਪਰ ਬਾਹਰਲੇ ਸੁੱਖ ਦੀ ਚਾਹਤ ਛੱਡ ਕੇ, ਸੁੱਖ ਦੀ ਵਾਸ਼ਨਾ ਛੱਡ ਕੇ, ਇਹ ਗੱਲ ਖਿਆਲ ਰੱਖੋ, ਲੜ ਪੱਲੇ ਬੰਨੋ। ਵਾਰ-ਵਾਰ ਮੈਂ ਕਹਿੰਦਾ, ਫਿਰ ਭੁੱਲ ਜਾਂਦੇ ਹੋ ਤੁਸੀਂ। ਸੁੱਖ ਮੰਗਤ ਦੁੱਖ ਆਗ ਲਿਆਵੇ, ਅੱਗੇ ਆਉਂਦਾ ਹੈ ਦੁੱਖ। ਸੁੱਖ ਮੰਗਤ ਦੁੱਖ ਆਗ ਲਿਆਵੇ, ਸੋ ਸੁੱਖ ਹਮਹੁ ਨਹੀਂ ਮੰਗਿਆ ਪਾਵੇ। ਇਹੋ ਜਿਹਾ ਸੁੱਖ ਜਿਹੜਾ ਹੈ ਨਾ, ਉਹ ਕਹਿੰਦੇ ਸਾਨੂੰ ਪਾਉਂਦਾ ਨਹੀਂ, ਅਸੀਂ ਮੰਗਦੇ ਹੀ ਨਹੀਂ। ਇਹ ਸੁੱਖ ਤੋਂ ਤੇ ਵੱਡੇ ਵੱਡੇ ਦੇਵਤੇ ਵੀ ਡਰਦੇ। ਖਿਆਲ ਵਿੱਚ ਰੱਖੋ, ਜਹ ਸੁਖ ਕੋ ਚਾਹੇ ਸਦਾ ਸ਼ਰਨ ਰਾਮ ਕੀ ਲੇ। ਸੰਸਾਰ ਦੀ ਸ਼ਰਨ ਵਿੱਚ ਦੁੱਖ ਹੈ, ਪਰਮਾਤਮਾ ਦੀ ਸ਼ਰਨ ਜਾਂ ਗੁਰੂ ਦੀ ਸ਼ਰਨ ਵਿੱਚ ਸੁੱਖ ਹੈ।